ਗੁੱਡ ਮਾਰਨਿੰਗ ਸਟੂਡੈਂਟ। ਮੈਂ ਮੋਨਿਕਾ ਮਹਿਤਾ, ਸਾਇੰਸ ਮਿਸਟਰਸ। ਅੱਜ ਤੁਹਾਨੂੰ ਕੌਮੀ ਰਾਜ ਯੋਗ ਪ੍ਰੀਖਿਆ ਦਾ NCERT ਦਾ ਸੈਟ ਦਾ ਪੇਪਰ, ਸੈਟ ਅਤੇ ਮੈਟ ਪੇਪਰ ਜੋ ਹੈਗਾ NTSC ਦਾ 2020 ਕੁਐਸਚਨ ਪੇਪਰ ਕਰਵਾਉਣ ਲੱਗੇ ਹੈਗੇ ਆ। ਤਾਂ ਦੈਨ ਕਿਆ ਹੈਗਾ ਇਹਦੇ ਵਿੱਚ, ਅਸੀਂ 4 ਘੰਟੇ ਦਾ ਪੇਪਰ ਹੁੰਦਾ ਅਤੇ ਕੁੱਲ ਅੰਕ 200 ਹਰ ਇੱਕ ਦੇ ਇਕੁਅਲ ਮਾਰਕਸ ਹੁੰਦੇ ਆ। ਨਾਓ ਕਮ ਟੂ ਦੀ ਸਾਇੰਸ ਪਾਰਟ। ਅਸੀਂ ਇਹਦੇ ਵਿੱਚੋਂ ਸਾਇੰਸ ਵਾਲਾ ਪੋਰਸ਼ਨ ਕਰਨ ਲੱਗੇ ਹੈਗੇ ਹਾਂ। ਪੇਜ ਨੰਬਰ 18 'ਤੇ ਅਸੀਂ ਸਿੱਧਾ ਪਹੁੰਚ ਗਏ ਹਾਂ, ਜਿੱਥੇ ਸਾਇੰਸ ਦੇ ਕੁਐਸਚਨ ਗਿਵਨ ਹੈਗੇ ਆ। ਅਸੀਂ ਕਰਨ ਲੱਗੇ ਹਾਂ ਕਿਆ ਇਹ ਵਾਲੇ ਕੁਐਸਚਨਸ। ਨਾਓ ਯੂ ਕੈਨ ਸੀ ਕਿ ਇੱਕ ਸਰਕਟ ਹੈ, ਸਰਕਟ ਓਪਨ ਸਰਕਟ ਜਦੋਂ ਕਿ ਓਪਨ ਹੈ ਔਰ ਕਲੋਜ਼ ਹੈ, ਉਹਨਾਂ ਦਾ ਕੰਪੈਰੀਜ਼ਨ ਕਰਨਾ ਹੈ। ਓਪਨ ਵੇਲੇ ਇਹ ਵਾਲੇ ਹੀ ਰਜਿਸਟੈਂਸ ਜੋ ਹੈ ਆਉਣਗੇ, ਤਾਂ ਟੋਟਲ ਕਿੰਨਾ ਹੋ ਗਿਆ 6 + 6 12 24 ਆ ਜਾਏਗਾ। ਠੀਕ ਹੈ। ਐਂਡ ਕਲੋਜ਼ ਵੇਲੇ ਕਿਆ ਹੋਏਗਾ, ਕਿੰਨਾ ਆਏਗਾ ਟੋਟਲ, ਕਲੋਜ਼ ਦੇ ਟਾਈਮ ਕਿੰਨਾ ਆਏਗਾ, ਇਹ ਸਾਰੇ ਠੀਕ ਹੈ, ਸਾਰੇ ਸਰਕਟ ਦਾ ਰਜਿਸਟੈਂਸ। ਤਾਂ ਇਹਨੂੰ ਕੈਲਕੂਲੇਟ ਕਰੋ। ਆ ਦੋਨੋਂ ਕੀ ਹੈ 6 ਐਂਡ 6 ਕੀ ਲੱਗਿਆ ਸੀਰੀਜ਼ 'ਚ 12 ਆ ਗਿਆ। ਫਿਰ ਇੱਥੇ ਆਹ 12 ਅਤੇ ਇਹ 12 A ਅਤੇ B 12 ਇਹ ਪੈਰਲਲ 'ਚ ਹੈ 1/RP। ਤਾਂ ਤੁਸੀਂ ਕੱਢ ਸਕਦੇ ਹੋ ਇਹ ਕਿੰਨਾ ਆ ਜਾਏਗਾ, ਇਸ ਦਾ ਨੈਟ ਰਿਜ਼ਲਟੈਂਟ ਕਿੰਨਾ ਆ ਜਾਏਗਾ 6। ਤਾਂ ਯੂ ਕੈਨ ਸੀ ਕਿ ਆ ਦੋਨੋਂ ਸੀਰੀਜ਼ 'ਚ ਹੈ। ਠੀਕ ਹੈ, ਇਹ ਦੋਨੋਂ ਸੀਰੀਜ਼ 'ਚ ਅਤੇ ਇਸ ਦਾ ਨੈਟ ਕਿੰਨਾ ਆ ਗਿਆ 6 ਐਂਡ ਸੀਰੀਜ਼ 'ਚ ਸੀ 12, ਟੋਟਲ 6 ਆ ਗਿਆ ਇੰਨੇ ਦਾ। ਠੀਕ ਹੈ। ਤਾਂ ਕਲੋਜ਼ ਸਰਕਟ 'ਚ ਜਦੋਂ ਕਿ ਕਲੋਜ਼ ਹੈਗੀ ਹੈ ਟੋਟਲ 6 + 6 + 6 18 ਆਨਸਰ ਆ ਗਿਆ। ਹੁਣ ਕੰਪੈਰੀਜ਼ਨ ਦੇਖੋ, ਇੱਥੇ ਕਿੰਨਾ ਆਇਆ ਪਹਿਲਾਂ ਓਪਨ ਸਰਕਟ 'ਚ 24, ਇਸ 'ਚ 18। ਠੀਕ, 12 9 3:4 ਡਿਫਰੈਂਸ ਆ ਗਿਆ। ਠੀਕ ਹੈ, ਇੱਦਾਂ ਤੁਸੀਂ ਇਹਦਾ ਕੈਲਕੂਲੇਟ ਕਰ ਸਕਦੇ ਹੋ। ਯੂ ਕੈਨ ਸੀ ਅਗੇਨ ਕਿ ਕਲੋਜ਼ ਓਪਨ 'ਚ ਇੰਨਾ ਹੀ ਆਏਗਾ। ਠੀਕ ਹੈ, 6 + 6 + 12 ਤਾਂ 24 ਆ ਗਿਆ। ਔਰ ਕਲੋਜ਼ ਵੇਲੇ ਇਹ ਸਾਰਾ ਆ ਦੋਨੋਂ ਸੀਰੀਜ਼ 'ਚ ਹੈ, ਤਾਂ ਇਹਨਾਂ ਦਾ ਕੀ ਬਣ ਗਿਆ 12। ਇਹ ਦੋਨੋਂ 12 ਜੋ ਹੈ ਪੈਰਲਲ ਹੈਗੇ ਆ 1/12 ਅਤੇ ਕਰਕੇ RP ਕਿੰਨਾ ਆ ਗਿਆ ਸਾਡਾ 6। ਤਾਂ ਇੱਥੇ ਨੈਟ ਜੋੜ ਕਿੰਨਾ ਆ ਜਾਏਗਾ 18। ਠੀਕ ਹੈ, 18 'ਤੇ ਇਹਦਾ ਰੇਸ਼ੋ ਲਵਾਂਗੇ 3:4 ਜਾਏਗੀ। ਦੈਨ ਨੈਕਸਟ ਕੁਐਸਚਨ ਵਿਲ ਬੀ ਕਿਆ ਹੈਗਾ, ਵਿਚ ਆਫ ਫੋਲੋਇੰਗ ਇਜ਼ ਦੀ ਕਰੈਕਟ ਸਟੇਟਮੈਂਟ। ਇਹਨਾਂ 'ਚੋਂ ਕਰੈਕਟ ਸਟੇਟਮੈਂਟ ਕਿਹੜੀ ਹੈ। ਬਾਇਓਪੀਆ ਨਾਲ ਨਾਲ ਪੰਜਾਬੀ 'ਚ ਵੀ ਦੇਖਦੇ ਰਹੋ। ਨਿਕਟ ਦ੍ਰਿਸ਼ਟੀ ਦੋਸ਼ ਕਾਰਨ ਮਨੁੱਖ ਦੂਰ ਦੀਆਂ ਵਸਤੂਆਂ ਨੂੰ ਦੇਖ ਸਕਦਾ ਹੈ, ਨਹੀਂ ਨੇੜੇ ਦੀਆਂ ਨੂੰ ਦੇਖ ਸਕਦਾ ਹੈ ਮਾਇਓਪੀਆ 'ਚ। ਠੀਕ ਹੈ, ਨਿਕਟ ਦ੍ਰਿਸ਼ਟੀ ਰੋਗ 'ਚ। ਠੀਕ ਹੈ ਸਲਾਈਡ। ਨਿਕਟ ਦ੍ਰਿਸ਼ਟੀ ਰੋਗ 'ਚ ਜਾਂ ਮਾਇਓਪੀਆ 'ਚ ਨੇੜੇ ਦੀਆਂ ਚੀਜ਼ਾਂ ਨੂੰ ਸਹੀ ਦੇਖ ਸਕਦਾ, ਦੂਰ ਦੀਆਂ ਨੂੰ ਨਹੀਂ। ਠੀਕ ਹੈ, ਤਾਂ ਇਹ ਕੀ ਹੈ ਰੋਂਗ ਸਟੇਟਮੈਂਟ ਹੈਗੀ ਹੈ। ਆਈਜ਼ ਨੂੰ ਕਿੰਨੀ ਦੇਰ 'ਚ ਚੇਂਜ ਕਰ ਲੈਣਾ ਚਾਹੀਦਾ 10 ਕੋਈ ਡੈਡ ਬੋਡੀ ਹੈ ਉਹਦੀ 15-20 ਘੰਟਿਆਂ 'ਚ ਡੋਨੇਟ ਕਰ ਦੇਣੀ ਚਾਹੀਦੀ ਆ ਆਈਜ਼, ਅਤੇ ਵੀ ਨਹੀਂ ਸਹੀ ਹੈਗਾ। ਕੈਟਰ ਇਜ਼ ਦੀ ਕੰਡੀਸ਼ਨ ਜਿਸ 'ਚ ਲੈਂਸ ਕੀ ਹੋ ਜਾਂਦਾ ਮਿਲਕੀ ਹੋ ਜਾਂਦਾ ਕਲਾਊਡੀ। ਤਾਂ ਦਿਸ ਇਜ਼ ਦੀ ਕਰੈਕਟ ਆਨਸਰ। ਦੈਨ ਨੈਕਸਟ ਕੁਐਸਚਨ ਹੈਗਾ ਗ੍ਰਾਫ ਦੇ ਵਿੱਚ ਅਸੀਂ ਲਾਸਟ 2 ਸਕਿੰਟ ਕਿਹੜਾ ਏਰੀਆ ਆਉਂਦਾ ਇੰਨਾ। ਠੀਕ ਹੈ, ਇਹ ਵਾਲਾ ਏਰੀਆ ਕਿਸ 'ਚ ਆਊਗਾ ਲਾਸਟ 2 ਸਕਿੰਟਾਂ ਲਈ ਔਰ ਟੋਟਲ ਏਰੀਆ। ਠੀਕ ਹੈ, ਜੋ ਗ੍ਰਾਫ ਹੈ ਇਹ ਵਾਲਾ ਗ੍ਰਾਫ ਕਿਸ ਦੇ ਬਾਰੇ ਦੱਸਦਾ ਹੈਗਾ ਤੁਹਾਨੂੰ, ਤੈਅ ਕੀਤੀ ਗਈ ਦੂਰੀ ਵੈਲੋਸਿਟੀ ਵੇਗ ਅਤੇ ਸਮੇਂ ਦਾ ਗ੍ਰਾਫ ਹੈਗਾ। ਇਹਦਾ ਖੇਤਰਫਲ ਤੈਅ ਕੀਤੀ ਗਈ ਦੂਰੀ ਦੇ ਬਾਰੇ ਦੱਸਦਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਤੈਅ ਕੀਤੀ ਗਈ ਦੂਰੀ। ਠੀਕ ਹੈ, ਅਗਰ ਇਸ ਪੂਰੇ ਗ੍ਰਾਫ ਨੂੰ ਅਸੀਂ ਲਈਏ ਇੱਦਾਂ,
ਤਾਂ ਕਿੰਨੀਆਂ ਟ੍ਰਾਇਗਨਲ ਬਣ ਗਈਆਂ 4। ਤਾਂ ਆਹ ਵਾਲੀ ਕੀ ਹੈ 1/4 ਹੈ। ਠੀਕ ਹੈ, ਅਗਰ ਅਸੀਂ ਕਹਿ ਰਹੇ ਹਾਂ ਤੈਅ ਕੀਤੀ ਗਈ ਦੂਰੀ ਕੀ ਹੈ ਗ੍ਰਾਫ ਦਾ ਖੇਤਰਫਲ, ਤੈਅ ਕੀਤੀ ਦੂਰੀ ਜੋ ਹੈ ਗ੍ਰਾਫ ਦਾ ਕੀ ਆਏਗਾ ਖੇਤਰਫਲ ਆਏਗਾ। ਤਾਂ ਅਗਰ ਇਸ ਨੂੰ ਦੇਖੀਏ ਤਾਂ ਇਹਦਾ 1/4 ਹਿੱਸਾ ਪਹਿਲੇ 2 ਸਕਿੰਟਾਂ 'ਚ ਲਾਸਟ 2 ਸਕਿੰਟਾਂ 'ਚ ਕਿੰਨਾ ਹੈ ਇੰਨਾ, ਤਾਂ ਇਹਦੇ ਵਿੱਚ 4 ਟ੍ਰਾਇਗਨਲ ਬਣ ਗਈਆਂ। ਠੀਕ ਹੈ, ਤਾਂ ਇਹਨੇ 1/4 ਹਿੱਸਾ ਕੀ ਹੈ ਟਰੈਵਲ ਕੀਤਾ। ਤਾਂ ਇਹਨੇ ਕਿਆ ਪੁੱਛਿਆ ਲਾਸਟ 2 ਮਿੰਟਾਂ ਦੇ ਵਿੱਚ ਕਿੰਨੀ ਉਹਨੇ ਦੂਰੀ ਤੈਅ ਕੀਤੀ ਗਈ। 2 ਸਕਿੰਟ ਦੇ ਵਿੱਚ ਤੈਅ ਕੀਤੀ ਗਈ ਲਾਸਟ ਵਾਲਿਆਂ 'ਚ ਪੁੱਛੀ ਹੈ। ਟੋਟਲ ਗ੍ਰਾਫ ਦਾ ਜੋ ਖੇਤਰਫਲ ਹੈ ਉਹ ਕਿਹਦੇ ਬਾਰੇ ਦੱਸੇਗਾ, ਗ੍ਰਾਫ ਦਾ ਖੇਤਰਫਲ ਤੈਅ ਕੀਤੀ ਗਈ ਦੂਰੀ ਦੇ ਬਾਰੇ ਦੱਸੇਗਾ। ਤਾਂ 1/4 ਹਿੱਸਾ ਇਹਦਾ ਗ੍ਰਾਫ ਦਾ ਕਿਆ ਹੋਏਗਾ ਖੇਤਰਫਲ। ਉਸ ਤੋਂ ਬਾਅਦ ਹੈਗਾ ਵਿਚ ਆਫ ਦੀ ਫੋਲੋਇੰਗ ਗ੍ਰਾਫ ਰਿਲੇਸ਼ਨਸ਼ਿਪ ਬਿਟਵੀਨ ਕਿਨੈਟਿਕ ਅਤੇ ਐਨਰਜੀ ਪੋਟੈਂਸ਼ੀਅਲ ਮੋਮੈਂਟਮ ਨੂੰ ਰੀਪ੍ਰਜੈਂਟ ਕਰਦਾ। ਤੁਸੀਂ ਆਲਰੇਡੀ ਪਤਾ ਹੈ ਤੁਹਾਨੂੰ ਕਿਨੈਟਿਕ ਐਨਰਜੀ ਹਾਫ mv² ਹੁੰਦੀ ਹੈ ਔਰ ਮੋਮੈਂਟਮ ਕਿਆ ਹੁੰਦਾ mv। ਇੱਥੋਂ v ਦੀ ਵੈਲਿਊ ਪੁੱਟ ਕਰ ਲਓ। ਠੀਕ ਹੈ, v ਦੀ ਵੈਲਿਊ ਹੇਅਰ ਪੁੱਟ ਕਰੀਏ ਤਾਂ v ਦੀ ਵੈਲਿਊ ਅਸੀਂ ਲਿਖਦੇ ਹੈਗੇ ਹਾਂ ਕਿਨੈਟਿਕ ਐਨਰਜੀ ਹਾਫ mv² ਅਤੇ ਭਰੋ ਹਾਫ v ਦੀ ਜਗ੍ਹਾ ਅਸੀਂ ਕੀ ਭਰਾਂਗੇ p = mv ਸੀਗਾ, v ਦੀ ਜਗ੍ਹਾ p² m² ਭਰਤਾ। 1 ਕੱਟਿਆ ਗਿਆ ਤਾਂ ਕਿਨੈਟਿਕ ਐਨਰਜੀ ਕੀ ਆ ਗਈ p² ਦੇ ਇਕੁਅਲੈਂਟ ਆ ਗਈ। ਠੀਕ ਹੈ, ਕਿਨੈਟਿਕ ਐਨਰਜੀ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ p² ਮੀਨਸ ਮੋਮੈਂਟਮ ਦੇ। ਤਾਂ ਕਿਨੈਟਿਕ ਐਨਰਜੀ ਦਾ ਸਕੇਅਰ ਰੂਟ ਕਿਆ ਹੋ ਜਾਏਗਾ, ਤਾਂ ਸਕੇਅਰ ਰੂਟ ਲਈ ਪੈਰਾਬੋਲਾ ਗ੍ਰਾਫ ਹੋਏਗਾ। ਠੀਕ ਹੈ, ਤਾਂ ਇਹਦੇ ਲਈ ਗ੍ਰਾਫ ਕਿੱਦਾਂ ਦਾ ਹੋਏਗਾ ਪੈਰਾਬੋਲਾ। ਤਾਂ ਰਿਲੇਸ਼ਨਸ਼ਿਪ ਤੋਂ ਕੀ ਆਇਆ ਮੋਮੈਂਟਮ ਕਿਆ ਹੈ ਕਿਨੈਟਿਕ ਐਨਰਜੀ ਦਾ ਸਕੇਅਰ ਰੂਟ ਹੈ। ਸਕੇਅਰ ਰੂਟ ਲਈ ਗ੍ਰਾਫ ਦਾ ਕਰਵ ਜੋ ਹੁੰਦੀ ਆ ਉਹ ਪੈਰਾਬੋਲਾ ਹੁੰਦੀ ਹੈ। ਤਾਂ ਸੈਕਿੰਡ ਵਿਲ ਬੀ ਦੀ ਕਰੈਕਟ ਆਨਸਰ। ਸੈਕਿੰਡ ਆਨਸਰ ਜੋ ਹੈ ਤੁਹਾਡਾ ਉਹ ਕਰੈਕਟ ਆਨਸਰ ਹੈਗਾ। ਨੈਕਸਟ 2 ਲੈਂਸਸ, ਤਾਂ ਪਾਵਰ ਪਤਾ ਕਰਨੀ ਹੈਗੀ ਹੈ। ਦੇ ਆਰ ਕਨੈਕਟਡ ਲਾਈਕ ਦਿਸ, ਇਹਨਾਂ ਨੂੰ ਇੱਦਾਂ। ਤਾਂ ਟੋਟਲ f1 f2 ਟੋਟਲ ਫੋਕਲ ਲੈਂਥ ਕਿੰਨੀ ਆ ਜਾਏਗੀ ਇਹਨਾਂ ਦਾ ਸਮ f1 + f2 ਦਾ ਸਮ। ਠੀਕ ਹੈ, ਕਰਦੇ ਹਾਂ ਅਸੀਂ ਟੋਟਲ ਫੋਕਲ ਲੈਂਥ ਕਿੰਨੀ ਆ ਗਈ ਉਹ ਪਾਵਰ ਹੋਏਗੀ 1/f1 + f2। ਐਲਸੀਅਮ ਆ ਗਿਆ f1 f2, ਇੱਥੇ ਕਿਆ ਆ ਜਾਏਗਾ f1 + f2। ਠੀਕ ਹੈ, ਤਾਂ ਇਹ ਕੀ ਆ ਗਈ ਪਾਵਰ। ਇਹਦਾ ਇਨਵਰਸ ਕਰ ਲਓਗੇ ਤਾਂ 1 ਅਤੇ 3rd ਦੋਨੋਂ ਹੀ ਆਨਸਰ ਕੀ ਹੈ ਸਹੀ ਹੈਗਾ। ਸਿੰਪਲ ਆ ਕਰਨਾ ਹੈਗਾ ਟੋਟਲ f ਟੋਟਲ 1/f1 + 1/f2 ਫੋਕਲ ਲੈਂਥ ਦਾ ਇਨਵਰਸ ਜੋ ਹੈ ਐਲਸੀਅਮ ਲੈ ਕੇ f1 f2 ਇੱਥੇ ਤਾਂ ਆ ਗਿਆ। ਠੀਕ ਹੈ, ਤਾਂ ਉਦੋਂ ਬਾਅਦ ਪਾਵਰ ਜੋ ਇਹਦਾ ਇਨਵਰਸ ਹੋਏਗੀ। ਯੂ ਕੈਨ ਸੀ ਦੀ ਆਨਸਰ 1 ਅਤੇ 3rd ਦੋਨੋਂ ਹੀ ਕਰੈਕਟ ਆਨਸਰ ਹੈਗੇ ਆ। ਦੈਨ ਨੈਕਸਟ ਕੁਐਸਚਨ ਜੋ ਹੈ ਇਹ ਸਟੋਨ ਇਜ਼ ਡਰੋਪਡ ਇਨ ਦੀ ਏਅਰ। ਇੱਕ ਸਟੋਨ ਹੈ ਸਿੱਟਿਆ ਜਾਂਦਾ, ਇਹ ਸਟੋਨ ਇਜ਼ ਡਰੋਪਡ ਇਨਟੂ ਏ ਵੈਲ ਹੈਵਿੰਗ ਦੀ ਫ੍ਰੀ ਵਾਟਰ ਸਰਫੇਸ। ਚਲੋ ਪੰਜਾਬੀ 'ਚ ਵੀ ਪਹਿਲਾਂ ਦੇਖੋ ਨਾਲ ਨਾਲ। ਇੱਕ ਪੱਥਰ ਨੂੰ ਖੂਹ ਦੇ ਵਿੱਚ ਸਿੱਟਿਆ ਜਾਂਦਾ ਹੈ। ਠੀਕ ਹੈ, ਜਿਹਦੀ ਡੂੰਘਾਈ ਕਿੰਨੀ ਹੈ 44.1। ਤਾਂ 3.13 ਸਕਿੰਟ ਬਾਅਦ ਉਹਦੀ ਸਪਲੈਸ਼ ਪੱਥਰ 'ਚ ਧੁਨੀ ਸੁਣਾਈ ਦਿੰਦੀ ਹੈ। ਤਾਂ ਹਵਾ ਵਿੱਚ ਧੁਨੀ ਦਾ ਕੀ ਵੇਗ ਹੋਏਗਾ। ਇਹ ਵਾਲਾ ਸਵਾਲ ਕਿਵੇਂ ਕਰਨਾ ਹੈਗਾ, ਡੈਪਥ ਕਿੰਨੀ ਹੈ d, ਸਮਾਂ ਇੰਨੇ ਸਕਿੰਟ ਬਾਅਦ ਤੁਹਾਨੂੰ ਉਹਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ g ਦੀ ਵੈਲਿਊ ਇੰਨੀ ਯੂਜ਼ ਕਰਨੀ ਹੈਗੀ ਆ। ਤਾਂ ਅਗਰ ਅਸੀਂ ਦੇਖੀਏ ਇਹਦੇ ਵਿੱਚ ਜਦੋਂ ਪੱਥਰ ਨੂੰ ਅਸੀਂ ਸਿੱਟਦੇ ਹਾਂ ਤਾਂ ਆਰੰਭਿਕ ਵੇਗ u ਦੀ ਵੈਲਿਊ 0 ਹੋਏਗੀ। ਠੀਕ ਹੈ, a ਗਿਵਨ ਹੈ
ਟਾਈਮ ਅਸੀਂ ਕੱਢ ਲੈਂਦੇ ਹਾਂ ਵੀ ਉਹਨੂੰ ਕਿੰਨਾ ਟਾਈਮ ਲੱਗਿਆ ਪਾਣੀ ਦੇ ਵਿੱਚ ਠੀਕ ਹੈ ਸਪਲੈਸ਼ ਕਰਨ ਲਈ ਕਿੰਨਾ ਟਾਈਮ ਲੱਗਿਆ। ਤਾਂ ਅਸੀਂ ਲਗਾ ਰਹੇ ਹੈਗੇ ਆ ਇਕੁਏਸ਼ਨ S = UT + ਹਾਫ AT²। ਐਸ ਕਿੰਨੀ ਦਿੱਤੀ ਹੋਈ ਹੈ 44.1। ਜਦੋਂ ਸ਼ੁਰੂ 'ਚ ਡਰੋਪ ਕਰਦੇ ਆ ਪੱਥਰ ਨੂੰ ਤਾਂ ਇਨੀਸ਼ੀਅਲ 0 ਹੋਊਗਾ ਵੇਗ, ਠੀਕ ਹੈ। ਹਾਫ ਏ ਦੀ ਵੈਲਿਊ 9.8 ਗਿਵਨ ਹੈ, T² ਤੁਸੀਂ ਇੱਥੋਂ ਕੈਲਕੂਲੇਟ ਕਰੋ। ਚਲੋ ਕੈਲਕੂਲੇਸ਼ਨਸ ਕਰਦੇ ਹੈਗੇ ਆ। ਟੀ ਦੀਆਂ ਕਿੰਨੀਆਂ ਆ ਗਈਆਂ, ਕਿਆ ਆ ਗਈਆਂ 2 × S/A ਕਿੰਨੀ ਹੈਗੀ ਹੈ 44.1 ਔਰ 9.8 ਇਹ ਕਿੰਨਾ ਆ ਗਿਆ ਕੱਟ ਕੇ √9। ਤਾਂ 3 ਸਕਿੰਟ ਉਹਨੂੰ ਪਾਣੀ 'ਚ ਲੱਗਦੇ ਹੈਗੇ ਆ ਜਾਣ ਨੂੰ। ਔਰ ਇਹਨਾਂ ਨੇ ਕਿੰਨੀ ਦੇਰ ਬਾਅਦ ਉਹਨੂੰ ਸਪੀਡ ਸੁਣਾਈ ਦੇ ਰਹੀ ਹੈਗੀ ਆ 3.13। ਤਿੰਨੋਂ ਨੂੰ ਲੱਗੇ ਤਾਂ 0.13 ਸਕਿੰਟ ਮਤਲਬ ਹਵਾ ਦੇ ਵਿੱਚ ਧੁਨੀ ਟਰੈਵਲ ਕੀਤੀ। ਟੋਟਲ ਟਾਈਮ ਇੰਨੇ ਸਮੇਂ ਤੱਕ ਉਹਨੂੰ ਆਵਾਜ਼ ਸੁਣਦੀ ਹੈ, ਇੰਨੀ ਦੇਰ ਤੱਕ ਮਤਲਬ ਸਾਊਂਡ ਨੇ ਪਾਣੀ ਦੇ ਵਿੱਚ ਟਰੈਵਲ ਕੀਤਾ। ਤਾਂ 0.13 ਸਕਿੰਟ ਉਹ ਕਿੱਥੇ ਟਰੈਵਲ ਕੀਤੀ ਏਅਰ ਦੇ ਵਿੱਚ। ਨਾਓ ਵੀ ਹੈਵ ਟੂ ਕੈਲਕੂਲੇਟ ਦੀ ਵੈਲੋਸਿਟੀ ਆਫ ਸਾਊਂਡ ਇਨ ਏਅਰ। ਤਾਂ ਵੈਲੋਸਿਟੀ ਆਫ ਸਾਊਂਡ ਇਨ ਏਅਰ ਟੋਟਲ ਡਿਸਟੈਂਸ ਕਵਰਡ ਕਿੰਨੀ ਹੈਗੀ ਆ 44.1 ਔਰ ਏਅਰ ਦੇ ਵਿੱਚ ਲੱਗਿਆ ਸਮਾਂ 0.13। ਤਾਂ ਇਹ ਕੱਟ ਕੇ ਆਨਸਰ ਤੁਹਾਡਾ ਕਿੰਨਾ ਆ ਜਾਊਗਾ 339.2 ਮੀਟਰ ਪਰ ਸਕਿੰਟ, ਠੀਕ ਆ। ਤਾਂ ਤੁਸੀਂ ਇਹਨੂੰ ਕੁਐਸਚਨ ਨੂੰ ਕਰ ਸਕਦੇ ਹੋ। ਪਹਿਲਾਂ ਲਗਾਇਆ ਅਸੀਂ S = UT + ਹਾਫ AT²। ਟੀ ਇੱਥੇ ਸਾਊਂਡ ਨੂੰ ਸਮਾਂ ਜੋ ਏਅਰ 'ਚ ਲੱਗਿਆ, ਏਅਰ ਵਿੱਚ ਜਿੰਨਾ ਸਮਾਂ ਲੱਗਿਆ ਉਹ ਕੱਢਣਾ ਹੈਗਾ। ਤਾਂ ਉਹ ਕਿੰਨਾ ਆ ਜਾਊਗਾ ਇਨ ਵਾਟਰ 'ਚ ਸਾਊਂਡ ਨੂੰ ਟਰੈਵਲ ਕਰਨ ਲਈ ਕਿੰਨਾ ਸਮਾਂ ਲੱਗਿਆ ਉਹਨੂੰ ਇੱਦਾਂ ਲਿਖਣਾ ਹੈਗਾ। ਦੈਨ ਨੈਕਸਟ ਕੁਐਸਚਨ ਹੈਗਾ which of following statement does not describe the possible causes of overloading। ਘਰਾਂ ਦੇ ਵਿੱਚ ਓਵਰਲੋਡਿੰਗ ਵੀ ਹੋ ਜਾਂਦੀ ਹੈ ਤਾਂ ਜ਼ਿਆਦਾ ਤੁਸੀਂ ਅਪਲਾਈਂਸਿਸ ਯੂਜ਼ ਕਰੋਗੇ ਜਾਂ ਕੀ ਹੈ ਸਰਕਟ ਵਿੱਚ ਬਿਜਲੀ ਧਾਰਾ ਬਹੁਤ ਘੱਟ ਹੋ ਜਾਣਾ, ਠੀਕ। ਇਹਦੇ ਕਰਕੇ ਇੱਕ ਹੀ ਸਰਕਟ ਵਿੱਚ ਬਹੁਤ ਸਾਰੇ ਬਿਜਲੀ ਯੰਤਰ ਲਾਉਣਾ ਠੀਕ ਹੈ ਲਾਈਵ ਅਤੇ ਉਦਾਸੀਨ। ਤਾਂ ਸਰਕਟ ਵਿੱਚ ਜੇ ਲਾਈਟ ਦੀ ਕਮੀ ਹੋ ਜੇ ਤਾਂ ਉਹਦੇ ਕਰਕੇ ਓਵਰਲੋਡਿੰਗ ਨਹੀਂ ਹੋਏਗੀ, ਠੀਕ ਹੈ। ਦੈਟ ਮੀਨਸ ਕੀ ਕਿਹਾ ਹੈਗਾ ਇਹਨਾਂ ਨੇ ਕੁਐਸਚਨ 'ਚ which of following statement does not describe the possible cause of the overloading in the household circuit। ਤਾਂ ਹਾਊਸਹੋਲਡ ਸਰਕਟ ਦੇ ਵਿੱਚ ਅਗਰ ਕਰੰਟ ਘੱਟ ਆ ਰਿਹਾ ਤਾਂ ਉਹਦੇ ਨਾਲ ਕਿਆ ਹੋਏਗੀ ਓਵਰਲੋਡਿੰਗ ਦੀ ਪ੍ਰੋਬਲਮ ਨਹੀਂ ਹੋਏਗੀ। ਅਗਲਾ ਕੁਐਸਚਨ ਹੈਗਾ ਮਾਸ ਆਫ ਬੱਸ ਅਤੇ ਸਪੀਡ ਦਿੱਤੀ ਹੋਈ ਹੈ, ਠੀਕ ਆ। ਇਹ ਕੁਐਸਚਨ ਕਿਵੇਂ ਕਰਨਾ ਹੈਗਾ M ਗਿਵਨ ਹੈ ਔਰ ਇਹ ਬੱਸ ਆਫ ਮਾਸ M ਇਜ਼ ਟਰੈਵਲਿੰਗ, ਇਹ ਬੱਸ ਆਫ ਮਾਸ M ਇਜ਼ ਟਰੈਵਲਿੰਗ ਵਿਦ ਸਪੀਡ, ਇੰਨੀ ਸਪੀਡ ਦੇ ਨਾਲ ਉਹ ਟਰੈਵਲ ਕਰ ਰਹੀ ਹੈ। ਫੋਰਸ F ਦਿੱਤੀ ਹੋਈ ਹੈ। ਤਾਂ ਪਹਿਲਾਂ ਇੱਥੋਂ F = ma ਲਗਾ ਕੇ ਤੁਸੀਂ ਐਕਸਲਰੇਸ਼ਨ ਕੈਲਕੂਲੇਟ ਕਰ ਲਓ। ਇਹ ਕਿੰਨਾ ਆ ਜਾਏਗਾ F/m, ਠੀਕ ਹੈ। ਤਾਂ ਇਹਨੂੰ ਕੈਲਕੂਲੇਟ ਅਸੀਂ ਕਰਨ ਲੱਗੇ ਹਾਂ ਕਿਆ ਸੀਗਾ F = ma। ਤਾਂ ਇਹ ਕੀ ਆ ਗਿਆ ਫੋਰਸ/ਮਾਸ। ਫੋਰਸ ਕਿੰਨੀ ਹੈਗੀ ਹੈ 5600 ਨਿਊਟਨ ਲੱਗ ਰਹੀ ਹੈ, ਮਾਸ 2800। ਤਾਂ ਇਹ ਦੀ ਵੈਲਿਊ ਕਿੰਨੀ ਆ ਗਈ 2 ਮੀਟਰ ਪਰ ਸਕਿੰਟ², ਠੀਕ ਹੈ। ਫਸਟ ਪਾਰਟ ਇਹਦਾ ਇਹ ਹੈ। ਦੈਨ ਇਹਦੇ ਉੱਤੇ ਤੁਸੀਂ ਕਿਆ ਕਰਨਾ ਵੈਲੋਸਿਟੀ ਰਿਡਿਊਸ v² - u² 2as ਲਗਾ ਕੇ ਅਸੀਂ ਆਹ ਕੱਢ ਸਕਦੇ ਹਾਂ ਡਿਸਟੈਂਸ, ਠੀਕ ਹੈ। ਡਿਸਟੈਂਸ ਗਿਵਨ ਹੈ 100 ਮੀਟਰ ਟਰੈਵਲ ਕਰਦੀ ਹੈ, ਠੀਕ। ਰਿਟਾਰਡੇਸ਼ਨ ਹੋਈ -2 ਅਤੇ 2
ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈਗੀ ਆ ਇੱਥੇ ਆ ਦੇਖੋ 90 ਕਿਲੋਮੀਟਰ ਹੈ ਨਾ, ਤਾਂ 25 25 ਦਾ ਸਕੇਅਰ ਔਰ 20 ਸਕੇਅਰ ਕੈਲਕੂਲੇਟ ਕਰ ਸਕਦੇ। ਇੱਥੇ 625 ਆ ਜਾਊਗਾ, ਇੱਧਰ 400 ਆ ਗਿਆ ਪਲੱਸ 625, ਤਾਂ ਆਨਸਰ ਕਿੰਨਾ ਆ ਜਾਏਗਾ 225। ਠੀਕ ਹੈ, ਕੱਟ ਕੇ ਆਨਸਰ ਕਿੰਨਾ ਆ ਗਿਆ 225 ਦਾ ਸਕੇਅਰ ਰੂਟ, ਇਹੀ ਆਉਣਾ ਚਾਹੀਦਾ ਨਾ। ਠੀਕ ਹੈ, ਇੱਦਾਂ ਕੁਝ ਕਰ ਸਕਦੇ ਹਾਂ ਤੁਸੀਂ। 2 ਵਾਰੀ ਫਾਰਮੂਲਾ ਲਾਇਆ F=ma, ਇਹ ਕੈਲਕੂਲੇਟ ਕਰ ਲਓ, ਫਿਰ v ਸਕੇਅਰ ਮਾਈਨਸ u ਸਕੇਅਰ = 2as, ਇਹ ਗਿਵਨ ਆ, ਆਹ ਗਿਵਨ ਹੈ। u ਅਸੀਂ ਕੈਲਕੂਲੇਟ ਕਰਤੀ, you can find the value of v, it comes out to be 54 km/h, you can do the calculations also। ठीक है, then next ਇੱਧਰ ਬੇਟਾ ਪੰਜਾਬੀ ਮੀਡੀਅਮ 'ਚ ਵੀ ਦਿੱਤੇ ਹੋਏ ਆ। ਅਗਲਾ ਕੁਐਸਚਨ ਹੈਗਾ ਰਿਫਰੈਕਟਿਵ ਇੰਡੈਕਸ ਆਫ ਦੀ ਮੀਡੀਅਮ ਬੀ, ਤਾਂ ਇਹ ਕੀ ਹੁੰਦਾ ਮਿਊ ਸਾਈਨ i ਅਪੋਨ ਸਾਈਨ r, ਸਾਈਨ 30, ਇੰਸੀਡੈਂਟ ਐਂਗਲ 30 ਔਰ ਸਾਈਨ 45। ਠੀਕ ਹੈ, ਇਹਨਾਂ ਦੀਆਂ ਵੈਲਿਊਜ਼ ਪੁੱਟ ਕਰੋ ਔਰ ਡੂ ਦੀ ਆਨਸਰ, ਕੈਲਕੂਲੇਸ਼ਨਸ ਕਰ ਲਓ। ਸਾਈਨ i ਅਪੋਨ r ਸਨੈਲ ਲਾਜ਼। ਠੀਕ ਹੈ, ਇਹਦੇ ਅਕੋਰਡਿੰਗ ਤੁਸੀਂ ਇਹਨੂੰ ਕੁਐਸਚਨ ਨੂੰ ਕਰ ਸਕਦੇ ਹੋ। ਉਸ ਤੋਂ ਬਾਅਦ ਹੈਗਾ ਵੁਡਨ ਬਲੋਕ ਹੈ ਜਿਹਦਾ ਮਾਸ 15 ਕਿਲੋਗ੍ਰਾਮ ਹੈ। ਉਸ ਤੋਂ ਬਾਅਦ ਆ ਵੋਲੀਅਮ ਦਿੱਤਾ, ਵੋਲੀਅਮ ਦੀ ਜਿਸ ਤਰ੍ਹਾਂ ਕਿਆ ਹੈ ਹਾਈਟ, ਲੈਂਥ ਅਤੇ ਬ੍ਰੈਡਥ। ਦੇਖੋ ਇੱਥੇ ਕਿੰਨਾ ਆ ਜਾਏਗਾ, ਇਹ ਇਸ 'ਚ ਕਿੰਨਾ ਆਇਆ 1200 ਸੈਂਟੀਮੀਟਰ ਸਕੇਅਰ ਏਰੀਆ ਆ ਗਿਆ। ਇੱਥੇ ਕਿੰਨਾ ਆ ਗਿਆ 600 ਸੈਂਟੀਮੀਟਰ ਸਕੇਅਰ ਏਰੀਆ। ਇੱਥੇ ਕਿੰਨਾ ਆਇਆ 800 ਸੈਂਟੀਮੀਟਰ ਸਕੇਅਰ ਏਰੀਆ। ਪੀ ਕੀ ਹੁੰਦਾ ਪ੍ਰੈਸ਼ਰ F/A, ਜਿਹਦਾ ਏਰੀਆ ਘੱਟ ਹੈ ਉਹ ਕੀ ਹੈ ਪ੍ਰੈਸ਼ਰ ਜ਼ਿਆਦਾ ਲਾਏਗਾ, ਤਾਂ B ਇਜ਼ ਦੀ ਕਰੈਕਟ ਆਨਸਰ। ਦੁਬਾਰਾ ਦੇਖੋ ਪ੍ਰੈਸ਼ਰ ਪਰ ਯੂਨਿਟ ਏਰੀਆ, ਫੋਰਸ ਐਗਜ਼ਰਟਡ ਬਾਏ ਪਰ ਯੂਨਿਟ ਏਰੀਆ। ਏਰੀਆ 600 ਸੈਂਟੀਮੀਟਰ ਆ ਰਿਹਾ ਤਾਂ ਪ੍ਰੈਸ਼ਰ ਕੀ ਹੋਊਗਾ ਮੋਰ ਹੋਊਗਾ, ਮੀਨਸ B ਜੋ ਹੈ ਉਹਦਾ ਏਰੀਆ ਘੱਟ ਹੈ ਤਾਂ ਉਹ ਪ੍ਰੈਸ਼ਰ ਅਗਰ ਇੱਦਾਂ ਠੀਕ ਹੈ 600 ਵਾਲੀ ਸਾਈਡ ਤੋਂ ਅਸੀਂ ਕਿਸੇ ਬਾਕਸ ਨੂੰ ਖੜਾ ਕਰਦੇ ਹਾਂ ਤਾਂ ਏਰੀਆ ਘੱਟ ਹੈ ਤਾਂ ਪ੍ਰੈਸ਼ਰ ਕੀ ਹੈ ਜ਼ਿਆਦਾ ਐਗਜ਼ਰਟ ਕਰੇਗਾ। ਦੈਨ ਅਗਲਾ ਕੁਐਸਚਨ ਹੈਗਾ ਫਿਗਰ ਰਿਪਰਜੈਂਟ, ਕਿਆ ਰਿਪਰਜੈਂਟ ਕਰ ਰਹੀ ਹੈ A ਤੇ B ਤੇ। ਠੀਕ ਹੈ, B ਕੀ ਹੈ ਪੋਲ ਹੈ, ਆ ਮੈਗਨੇਟ ਦਾ ਸੈਂਟਰ ਹੈ ਔਰ ਇਹ ਲਾਈਨਸ ਆਫ ਫੋਰਸ ਦਿਖਾ ਰਹੇ ਆ। ਤਾਂ ਇੱਥੇ ਪੋਲਸ 'ਤੇ ਜ਼ਿਆਦਾ ਸਟਰੋਂਗ ਹੁੰਦਾ, ਮੈਗਨੈਟਿਕ ਫੀਲਡ ਦੀ ਸਟਰੈਂਥ ਕਿਆ ਹੁੰਦੀ ਹੈ ਪੋਲ 'ਤੇ ਜ਼ਿਆਦਾ ਹੋਏਗੀ। ਕਰੈਕਟ ਆਨਸਰ ਸ਼ੁੱਡ ਵੀ ਕਿਹੜਾ ਹੋਣਾ ਚਾਹੀਦਾ 112 ਦਾ ਸੈਕਿੰਡ। ਮੈਕਸੀਮਮ ਐਟ B ਅਤੇ ਸੈਂਟਰ 'ਚ ਕੀ ਹੈ ਮਿਨੀਮਮ ਐਟ ਦੀ C। ਇਨ ਆਈਡੈਂਟੀਕਲ ਅੱਛਾ ਇਹ ਵਾਲਾ ਕੁਐਸਚਨ 2 ਪੈਕੇਟ ਦਿੱਤੇ ਜਾਂਦੇ ਆ ਅਸੀਂ ਐਰੋਪਲੇਨ ਤੋਂ। ਠੀਕ ਹੈ, ਤਾਂ ਸਪੋਜ਼ ਅਰਥ ਜੋ ਹੈ ਸਾਡੀ ਉਹਨੂੰ ਅਸੀਂ ਇੱਦਾਂ ਅਲਿਪਟੀਕਲ ਕੰਸੀਡਰ ਕਰਦੇ ਹਾਂ, ਆ ਰੇਡੀਅਸ ਇਕੁਏਟਰ ਦਾ ਔਰ ਰੇਡੀਅਸ ਪੋਲ। ਠੀਕ ਆ, ਸਾਡੀ ਗ੍ਰੈਵੀਟੇਸ਼ਨਲ ਐਕਸਲਰੇਸ਼ਨ ਜੋ ਹੈ ਉਹ ਰੇਡੀਅਸ ਦੇ ਇਨਵਰਸ ਹੈ। ਠੀਕ ਆ, ਤਾਂ ਜਿਹਦਾ ਰੇਡੀਅਸ ਜ਼ਿਆਦਾ ਇੱਥੇ ਇਕੁਏਟਰ ਦੀ ਅਤੇ ਪ੍ਰਵੇਗ ਦੀ ਵੈਲਿਊ ਘੱਟ ਹੋਏਗੀ, ਇੱਥੇ ਕੀ ਹੈ ਜ਼ਿਆਦਾ ਹੋਏਗੀ। ਤਾਂ GP ਸ਼ੁੱਡ ਬੀ ਆਲਵੇਜ਼ ਗ੍ਰੇਟਰ ਦੈਨ, ਜਿਹਦਾ ਪ੍ਰਵੇਗ ਜ਼ਿਆਦਾ ਹੋਏਗਾ ਤਾਂ ਉਹਨੂੰ ਉਹ ਚੀਜ਼ ਜਲਦੀ ਪਹੁੰਚੇਗੀ। ਠੀਕ ਹੈ, ਹੋਪ ਅੰਡਰਸਟੈਂਡ। ਇੱਦਾਂ ਲਿਪਟੀਕਲ ਕੰਸੀਡਰ ਕਰਦੇ ਹਾਂ, ਆ ਪੋਲ ਹੈ ਔਰ ਇਹ ਇਕੁਏਟਰ 'ਤੇ ਹੈ, G = GM R²। ਤਾਂ ਪੋਲਸ 'ਤੇ ਪੋਲ ਲਈ ਵੈਲਿਊ ਕਿਆ ਹੈ ਰੇਡੀਅਸ ਘੱਟ ਹੈ ਵੈਲਿਊ ਜ਼ਿਆਦਾ ਹੋਏਗੀ, ਪੋਲਸ ਲਈ ਵੈਲਿਊ ਕਿਆ ਹੋਏਗੀ ਜ਼ਿਆਦਾ ਹੋਏਗੀ ਔਨ ਦੀ ਪੋਲਸ। GP ਇਜ਼ ਗ੍ਰੇਟਰ ਦੈਨ ਇਹ, ਅਤੇ ਟਾਈਮ ਪੀਰੀਅਡ ਇਹਦੇ ਲਈ ਘੱਟ ਲੱਗੇਗਾ। ਠੀਕ ਹੈ,
ਤਾਂ ਇਹ ਮਤਲਬ ਪੋਲਸ 'ਤੇ ਜਲਦੀ ਪਹੁੰਚੇਗਾ ਪੈਕਟ। ਠੀਕ ਹੈ, 2 ਪੈਕਟ ਇਕੱਠੇ ਹੀ ਉਸੇ ਹਾਈਟ ਤੋਂ ਸਿੱਟੇ ਜਾਂਦੇ। ਅੱਧੂ ਬਾਅਦ ਆ ਗਿਆ ਕੈਮਿਸਟਰੀ ਪੋਰਸ਼ਨ। ਇਹ ਸੀਗਾ ਬਾਇਓ ਦਾ ਪੋਰਸ਼ਨ। ਹੁਣ ਹੈਗਾ ਕੈਮਿਸਟਰੀ ਵਾਲਾ ਪੋਰਸ਼ਨ। ਇਹਦੇ ਵਿੱਚ ਮੈਟਲ ਦੀ ਲਸਟਰਸ ਕਿਉਂ ਹੁੰਦੀ ਹੈ ਮੈਟਲਸ? ਡਿਊ ਟੂ ਪ੍ਰੈਜੈਂਸ ਆਫ ਇਲੈਕਟ੍ਰੋਨਸ। ਇੱਦਾਂ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਨਿਊਟਰੋਨਸ ਹੁੰਦੇ ਆ, ਔਰਬਿਟਲਸ ਕਿਆ ਹੈ ਇਲੈਕਟ੍ਰੋਨ, ਤਾਂ ਲਾਈਟ ਕੀ ਇਹਨਾਂ ਤੋਂ ਰਿਫਲੈਕਟ ਹੁੰਦੀ ਹੈ। ਦੈਟਸ ਵਾਈ ਦੇ ਵਿਲ ਸ਼ੋ ਸ਼ਾਈਨਿੰਗ ਔਰ ਚਮਕਦਾਰ ਹੁੰਦੀ ਹੈ। ਧਾਤਾਂ ਦੀ ਚਮਕ ਕਿਉਂ ਹੁੰਦੀ ਹੈ? ਉਹਨਾਂ ਦੇ ਵਿੱਚ ਇਲੈਕਟ੍ਰੋਨਸ ਹੋਣ ਦੇ ਕਰਕੇ। ਅਗਲਾ ਕੁਐਸਚਨ ਹੈਗਾ ਕਾਪਰ ਸਲਫੇਟ ਕੈਨ ਬੀ ਸੇਫਲੀ ਕੈਪਟ ਇਨ ਦੀ ਕੰਟੇਨਰ। ਜਿਹੜੀ ਮੈਟਲ ਦੇਖੋ ਸਿਲਵਰ ਹੈ, ਕਾਪਰ ਸਲਫੇਟ ਤੋਂ ਲੈਸ ਰਿਐਕਟਿਵ ਹੈ। ਠੀਕ ਹੈ, ਤਾਂ ਇਹਨੂੰ ਡਿਸਪਲੇਸਮੈਂਟ ਨਹੀਂ ਕਰੇਗੀ। ਨੋ ਡਿਸਪਲੇਸਮੈਂਟ ਵਿਲ ਨੋਟ ਟੇਕਸ ਪਲੇਸ, ਕਿਉਂਕਿ ਲੈਸ ਰਿਐਕਟਿਵ ਮੈਟਲ ਠੀਕ ਹੈ ਡਿਸਪਲੇਸ ਨਹੀਂ ਕਰ ਸਕਦੀ ਕਾਪਰ ਨੂੰ। ਅਸੀਂ ਰਿਐਕਟਿਵਿਟੀ ਸੀਰੀਜ਼ ਦੇ ਅਕੋਰਡਿੰਗ ਚੱਲ ਰਹੇ ਹੈਗੇ ਹਾਂ, ਮੈਟਲਸ ਦੀ ਰਿਐਕਟਿਵਿਟੀ ਸੀਰੀਜ਼ ਯੂ ਕੈਨ ਸੀ। ਉਸ ਤੋਂ ਬਾਅਦ ਹੈਗਾ ਵਿਜ਼ੀਬਲ ਯੂਨੀਵਰਸ। ਇਹ ਵੀ ਕੁਐਸਚਨ ਬੜੇ ਵਧੀਆ ਹੈਗੇ ਆ। ਜੋ 10⁻23 ਐਵੋਗੈਡਰੋਜ਼ ਹੈ, ਉਹ 1 ਮੋਲ ਦੇ ਇਕੁਅਲ ਹੋਣਗੇ। 1 ਸਟਾਰਸ ਕਿੰਨੇ ਦੇ ਇਕੁਅਲ ਹੋਣਗੇ? 2.3 10⁻23। ਔਰ ਇਹਨਾਂ ਨੇ ਕਿੰਨੇ ਪੁੱਛਿਆ? ਇੰਨੇ ਸਟਾਰਸ। ਤਾਂ ਇੱਥੇ ਕੀ ਆ ਜਾਊਗਾ 10⁻23। ਤਾਂ ਅਗਰ ਅਸੀਂ ਇਹਦੀਆਂ ਕੈਲਕੂਲੇਸ਼ਨਾਂ ਨੂੰ ਈਜ਼ੀ ਕਰਨਾ ਹੈਗਾ 1/6.2 10⁻23 ਆ। ਇੱਥੇ ਕਿੰਨੇ ਆ 22। ਠੀਕ ਆ, ਤਾਂ -1 ਰਹਿ ਜਾਊਗਾ। ਇੱਥੇ ਇਹਨੂੰ 1/6 ਲੈ ਲਓ ਤਾਂ ਇਹ ਕਿੰਨਾ ਆ ਜਾਂਦਾ 16.16। ਠੀਕ ਹੈ, ਪਰਸੈਂਟ 'ਚ ਅਗਰ ਕਰੀਏ ਤਾਂ ਇਹਦਾ ਆਨਸਰ ਕਿੰਨਾ ਬਣ ਜਾਏਗਾ? ਇਹ ਵਾਲਾ। ਠੀਕ ਹੈ, ਉਸ ਤੋਂ ਬਾਅਦ ਵੀ ਕੁਐਸਚਨ ਬੜਾ ਇੰਟਰਸਟਿੰਗ ਹੈਗਾ ABCD। ਇਹਨਾਂ ਨੂੰ ਅਰੇਂਜ ਕਰੋ। ਇਹ ਕੀ ਹੋਏਗੀ? ਹਾਈਡਰੋਜਨ। ਠੀਕ ਹੈ, ਪਹਿਲੇ 'ਚ। ਫਿਰ ਬੀ ਕੀ ਆ? ਲਿਥੀਅਮ। ਲਿਥੀਅਮ ਹੈਗੀ ਆ। ਔਰ ਈ ਕਿਆ ਹੈਗੀ ਆ? ਸੋਡੀਅਮ। ਠੀਕ ਹੈ, ਦੇ ਆਰ ਇਨ ਦੀ ਸੇਮ ਗਰੁੱਪ। ਦੈਨ ਪੀਰੀਅਡ 'ਚ ਕੌਣ ਕੌਣ ਸੇਮ ਹੋਏਗਾ? ਸੈਕਿੰਡ ਪੀਰੀਅਡ ਦੇ ਵਿੱਚ ਆਉਣਗੇ ਕੌਣ? ਨਾਈਟ੍ਰੋਜਨ ਅਤੇ 10 ਵਾਲਾ ਨਿਓਨ। ਦੇ ਵਿਲ ਕਮ ਇਨ ਦੀ ਸੈਕਿੰਡ ਪੀਰੀਅਡ। ਇੱਦਾਂ ਤੁਸੀਂ ਕਰ ਸਕਦੇ ਹੋ। ਕਿਵੇਂ ਦੇਖਿਆ? ਆਊਟਰ ਮੋਸਟ ਇਲੈਕਟ੍ਰੋਨ ਜਿਨ੍ਹਾਂ 'ਚ ਹੈਗਾ। ਠੀਕ ਆ, ਜਿਵੇਂ ਹਾਈਡਰੋਜਨ ਦਾ 1 ਸੀ KLM 1। ਲਿਥੀਅਮ ਦਾ 3 ਐਟੋਮਿਕ ਨੰਬਰ ਤਾਂ 2 1। ਸੋਡੀਅਮ ਦਾ 11 ਹੈ 2 8 1। ਆਊਟਰ ਮੋਸਟ ਇਲੈਕਟ੍ਰੋਨ 'ਚ ਕਿੰਨੇ ਇਲੈਕਟ੍ਰੋਨਸ ਹੈ? 1। ਤਾਂ ਦੇ ਵਿਲ ਬੀ ਪਲੇਸਡ ਇਨ ਦੀ ਗਰੁੱਪ 1। ਠੀਕ ਹੈ, ਇਹਨਾਂ 'ਚੋਂ 1 ਵਾਲਾ 3 ਅਤੇ 11 ਵਾਲਾ A B and E। A B and E ਦੇ ਆਰ ਇਨ ਦੀ ਸੇਮ ਗਰੁੱਪ 'ਚ ਹੋਣਗੇ। ਔਰ ਸੇਮ ਪੀਰੀਅਡ 'ਚ ਕੌਣ ਕੌਣ ਹੋਏਗਾ? ਜਿਹਦੇ ਵਿੱਚ ਨੰਬਰ ਆਫ ਔਰਬਿਟਲਸ ਸੇਮ ਹੋਣ। ਜਿਵੇਂ ਅਸੀਂ ਦੇਖੋ KLM 7 ਹੈ, C ਦਾ 7 ਹੈ। ਠੀਕ ਹੈ, ਨਾਈਟ੍ਰੋਜਨ ਹੋ ਗਈ 2 5। 10 ਕਿਹਦਾ ਹੋਏਗਾ? ਨਿਓਨ ਦਾ 2 8। ਔਰ 5 ਔਰ ਲਿਥੀਅਮ B C ਐਂਡ D ਬਿਲੋਂਗ ਟੂ ਸੇਮ ਪੀਰੀਅਡ। ਠੀਕ ਹੈ, ਇੱਦਾਂ ਤੁਸੀਂ ਦੇਖ ਸਕਦੇ ਹੋ ਕਿਹੜੇ ਐਲੀਮੈਂਟਸ ਕਿਹੜੇ ਗਰੁੱਪ ਨੂੰ ਅਤੇ ਸੇਮ ਪੀਰੀਅਡ ਨੂੰ। ਉਸ ਤੋਂ ਬਾਅਦ ਹੈਗਾ ਨੰਬਰ ਆਫ ਕਾਰਬਨਸ। ਇਹਦੇ ਵਿੱਚ ਵੀ 4 ਹੈ ਅਤੇ ਇਹਦੇ ਵਿੱਚ ਵੀ। ਠੀਕ ਹੈ, 4 ਹੈ। ਇਹ ਸਟੇਟ ਚੇਨ ਕੰਪਾਊਂਡ ਹੈ। ਸਟੇਟ ਚੇਨ ਹੈ, ਕਾਰਬਨ ਕੰਪਾਊਂਡ ਹੈ। ਇਹ ਕੀ ਹੈ? ਬ੍ਰਾਂਚ ਹੈਗਾ। ਤਾਂ ਇਹਨੂੰ ਕੀ ਕਹਾਂਗੇ ਅਸੀਂ? ਸਟਰਕਚਰਲ ਆਈਸੋਮਰਿਜ਼ਮ। ਇਹ ਕਿਸ ਤਰ੍ਹਾਂ ਦੀ ਆਈਸੋਮਰਿਜ਼ਮ ਹੈਗੀ ਹੈ? ਸਟਰਕਚਰਲ ਟਾਈਪ ਆਫ ਦੀ ਆਈਸੋਮਰਿਜ਼ਮ ਹੈ। ਕਿੱਦਾਂ ਦੇ ਹੈਗੇ? ਬਣਤਰ ਦੇ ਆਧਾਰ 'ਤੇ। ਠੀਕ ਹੈ, ਬ੍ਰਾਂਚ ਅਤੇ ਅਨਬ੍ਰਾਂਚ।
स्ट्रेट चेन कंपाउंड्स। फिर अगला क्वेश्चन दैन क्वेश्चन है ਤੁਹਾਡਾ X2O3 ਇਹਨੂੰ ਕੀ ਲਿਖਾਂਗੇ x ਦੀ -3 ਹੈ ਬੈਲੈਂਸੀ -+2 और ऑक्सीजन ਦੀ -2 सॉरी दोबारा लिखो X2O3 है तो यह क्या आ जाएगी -2 और x की कितनी आ गई +3 क्योंकि +3 आई है मीनस x चों 3 इलैक्ट्रॉन माइनस होए है ठीक है तो यह 3 पॉजिटिव आएगी किहड़े ग्रुप नूं बिलोंग करेगा 13 नंबर ग्रुप नूं बिलोंग करेगा ग्रुप नंबर 3 ठीक है। दैन रिएक्शन ऑफ डिसप्लेसमेंट रिएक्शन है ਇਹਦੇ ਵਿੱਚ क्या हो रहा है कौन है मैगनीज ऑक्साइड जो है इट इज़ गिविंग ऑक्सीजन टू एलुमीनियम तो ये ऑक्सीडाइजिंग एजेंट का काम कर रहा है एजेंट किहड़ा है ये ऑक्सीडाइजिंग एजेंट। अगला क्वेश्चन है विच ऑफ फॉलोइंग फंक्शनल ग्रुप ਇਹਦੇ ਵਿੱਚੋਂ कीटोन फंक्शनल ग्रुप किहड़ा है RrCO तो पहला ही आंसर है कीटो फंक्शनल ग्रुप होएगा ठीक है। उस तो नैक्सट क्वेश्चन क्या है बड़ा मुश्किल है ना कुछ हैंडल करना। दैन क्वेश्चन परमानेंटली चलो 20 ग्राम इनू 18 ग्राम वाटर दे 1 मोल दे इक्वल है 1 मोल ग्राम कि इक्वल होगा 1/18 और 20 का पूछे इंटू 20 कर लो 10/9 फिर कट के आंसर कर लियो 1.1 मोल। यू कैन सी अगेन कि 20 ग्राम ऑफ वाटर इज इक्वल टू 1 मोल सॉरी 18 ग्राम 18 ग्राम ऑफ वाटर विल बी इक्वल टू 1 मोल तो 1 ग्राम किन्ने दे बराबर हो 1/18 उन्होंने किन्ने दा पूछा है 20 ग्राम का इनू कटोगे 1.1 मोल आंसर आ जाएगा ठीक है। उस तो नैक्सट क्वेश्चन क्या है मैटल्स विच कैन बी एम्फोटैरिक जिहड़े हुंदे आ मैटलॉइड्स दे जिहड़े ऑक्साइड्स हुंदे आ मैटलॉइड्स दे ऑक्साइड जिहड़े हुंदे आ एम्फोटैरिक हुंदे आ दे विल एक्ट बोथ एज एसिड एंड बेस तो इधर असी करते हैं इत्थे पीरियोडिक टेबल दे इदां अलमीनीयम बोरन ठीक है जिंक ते इन्हां दे ऑक्साइड जिहड़े आ एम्फोटैरिक इधर की होणगियां मैटल्स इधर की होणगियां नॉन मैटल ते आ मैटलॉइड्स जिहड़ियां इन बिटवीन आंदियां उप धातां दे ऑक्साइड की हुंदे आ साडे एम्फोटैरिक। दैन नैक्सट क्वेश्चन है एलीमेंट न्यूट्रल ते एसिडिक कार्बन जिहड़ा है 4 इलैक्ट्रॉन होंगे द आउटर मोस्ट नाइदर इट विल गिव इलैक्ट्रॉन तो ये कोवेलेंट कंपाउंड्स बनाता है ठीक है। ये न्यूट्रल ते एसिडिक ऑक्साइड होंगे कार्बन मोनोऑक्साइड और क्या होंगे न्यूट्रल होंगे दे ऑक्साइड्स। अगे क्वेश्चन है विच ऑफ फॉलोइंग डज नॉट सब्लीमेट सब्लीमेशन मीनस सॉलिड डायरैक्टली चेंजेस इनटू गैस उन्होंने सब्लीमेशन करने तो सिलिका दे जड़े है सब्लीमेशन नहीं होएगा। नैक्सट क्वेश्चन इज गार्ड सैल दे विच क्या क्या होंदा है साइटोप्लाज्म भी होएगा असी ग्रीन कलर का ही लैने पैन ठीक है गार्ड सैल दिखाने लई इदां इन्हां दे विच न्यूक्लियस हुंदा और यू कैन से क्लोरोप्लास्ट होंगे न्यूक्लियस बना सकते हो न्यूक्लियस हो गया तो दीज आर दी गार्ड सैल एक ही है स्ट्रक्चर ऑफ स्टोमेटा हैगी है तो इन्हां दे विच आंसर क्या आएगा सारा कुछ। दैन DNA इज फाउंड इन द न्यूक्लियस ऑफ द सैल
ਕਿਹਨਾਂ ਦਾ ਆਪਣਾ ਨਿਊਕਲੀਅਸ ਹੁੰਦਾ ਮਾਈਟੋਕੌਂਡਰੀਆ ਦਾ। ਅੱਗੇ ਕੁਐਸਚਨ ਹੈ, ਅੱਛਾ ਜੀ ਇਹ ਕੁਐਸਚਨ ਥੋੜ੍ਹਾ ਮੈਨੂੰ ਠੀਕ ਕਰਨਾ ਪਿਆ। ਇੱਥੇ ਲਿਖਿਆ ਨਰਿਸ਼ਮੈਂਟ, ਜੋ ਨਰਿਸ਼ਮੈਂਟ ਕਿੱਥੋਂ ਲਏਗਾ ਔਰ ਫਰਟੀਲਾਈਜੇਸ਼ਨ ਕਿੱਥੋਂ ਹੋਏਗੀ। ਆਨਸਰ ਇਹ ਆਉਣਾ ਚਾਹੀਦਾ ਯੂਟਰਸ ਔਰ ਫੈਲੋਪੀਅਨ ਟਿਊਬ 'ਚ। ਫੈਲੋਪੀਅਨ ਟਿਊਬ 'ਚ ਐਗ ਅਤੇ ਸਪਰਮ ਦੀ ਕਿਆ ਹੁੰਦੀ ਹੈ, ਫਰਟੀਲਾਈਜੇਸ਼ਨ ਹੁੰਦੀ ਹੈ। ਔਰ ਪਰ ਨਿਊਟ੍ਰੀਸ਼ਨ ਕਿੱਥੇ ਲੈਂਦਾ, ਇਹਨਾਂ ਨੇ ਆਹ ਵਾਲਾ ਆਨਸਰ ਸਹੀ ਕੀਤਾ ਹੈਗਾ ਓਵਰੀ। ਇਹ ਨਹੀਂ ਆਉਣਾ ਚਾਹੀਦਾ ਯੂਟਰਸ 'ਚ ਵਿਲਾਈ ਫਾਰਮ ਹੁੰਦੇ ਆ, ਤਾਂ ਇਹ ਆਨਸਰ ਸਹੀ ਆਉਣਾ ਚਾਹੀਦਾ। ਆਨਸਰ ਕੀ ਦੇ ਅਕੋਰਡਿੰਗ ਦਿਸ ਵਾਜ਼ ਦੀ ਸੈਕਿੰਡ ਆਨਸਰ ਸ਼ੋ ਕੀਤਾ ਹੋਇਆ। ਅੰਡਕੋਸ਼ ਨਹੀਂ ਬੱਚੇਦਾਨੀ ਦੇ ਵਿੱਚ ਆਏਗਾ, ਠੀਕ ਹੈ, ਜੋ ਐਂਬਰੀਓ ਵਿਲ ਟੇਕ ਦੀ ਨਰਿਸ਼ਮੈਂਟ ਫਰੋਮ ਦੀ ਯੂਟਰਸ। ਉਸ ਤੋਂ ਬਾਅਦ ਕਿਹੜੀ ਵਿਚ ਆਫ ਫੋਲੋਇੰਗ ਇਜ਼ ਨੋਟ ਏ ਵਾਇਰਲ ਡਿਜ਼ੀਜ਼। ਵਾਇਰਲ ਵਾਲੀ ਡਿਜ਼ੀਜ਼ ਕਿਹੜੀ ਨਹੀਂ ਹੈਗੀ, ਨੋਟ ਕਾਜ਼ਡ ਬਾਈ ਵਾਇਰਸ। ਟੀਬੀ ਜਿਹੜੀ ਹੈਗੀ ਹੈ ਟਿਊਬਰਕਲੋਸਿਸ, ਟੀਬੀ ਦਾ ਬੈਕਟੀਰੀਆ ਹੁੰਦਾ, ਠੀਕ ਹੈ, ਉਹਦੇ ਰਾਹੀਂ ਹੋਏਗੀ। ਵਿਚ ਆਫ ਫੋਲੋਇੰਗ ਟਿਸ਼ੂ ਗਿਵ ਦੀ ਟੈਂਸਾਈਲ ਸਟਰੈਂਥ ਅਗੇਂਸਟ ਬੈਂਡਿੰਗ, ਕਿਹੜਾ ਆਏਗਾ ਕੋਲਨਕਾਈਮਾ। ਡਬਲ ਫਰਟੀਲਾਈਜੇਸ਼ਨ ਕਿਆ ਹੁੰਦੇ ਆ, ਐਂਜੀਓਸਪਰਮ ਦੇ ਵਿੱਚ ਐਗ ਪੋਲਨ ਟਿਊਬ ਦੇ ਰਾਹੀਂ ਦੋ ਨਿਊਕਲੀਅਸ ਜਾਂਦੇ ਹੈਗੇ ਆ ਫਰੋਮ ਦੀ ਪੋਲਨ ਟਿਊਬ। ਇੱਕ ਤਾਂ ਐਗ ਨੂੰ ਫਰਟੀਲਾਈਜ਼ ਕਰੇਗਾ, ਇੱਕ ਇੱਧਰ ਸਾਈਡ 'ਤੇ ਐਂਟੀਪੋਡਲ ਸੈੱਲਾਂ ਨੂੰ ਫਰਟੀਲਾਈਜ਼ ਕਰੇਗਾ। ਤਾਂ ਜਿਹੜਾ ਨਿਊਕਲੀਅਸ, ਠੀਕ ਹੈ, ਜੋ ਨਿਊਕਲੀਅਸ ਐਗ ਨੂੰ ਫਰਟੀਲਾਈਜ਼ ਕਰਦਾ ਉਹ ਤੋਂ ਤਾਂ ਕੀ ਬਣ ਜਾਂਦਾ ਐਂਬਰੀਓ। ਔਰ ਇੱਕ ਨਿਊਕਲੀਅਸ ਨੇ ਐਂਟੀਪੋਡਲ ਸੈੱਲ ਨੂੰ ਫਰਟੀਲਾਈਜ਼ ਕੀਤਾ, ਉਹ ਤੋਂ ਕੀ ਬਣਦਾ ਐਂਡੋਸਪਰਮ। ਲਾਈਕ ਨਾਰੀਅਲ ਦੇ ਵਿੱਚ ਤੁਸੀਂ ਦੇਖਿਆ ਹੈਗਾ, ਠੀਕ ਹੈ। ਤਾਂ ਐਂਡੋਸਪਰਮ ਪਾਰਟ ਇਹ ਕਿਹਨਾਂ ਦੀ ਸਪੈਸ਼ਲ ਕਰੈਕਟਰ ਹੈ, ਐਂਜੀਓਸਪਰਮ ਦੇ ਵਿੱਚ ਡਬਲ ਫਰਟੀਲਾਈਜੇਸ਼ਨ ਹੁੰਦੀ ਹੈ। ਤਾਂ 132 ਦਾ ਆਨਸਰ ਕਿੰਨਾ ਆਏਗਾ, ਪਹਿਲਾ ਆਨਸਰ ਆਏਗਾ, ਠੀਕ ਹੈ। ਐਂਜੀਓਸਪਰਮ ਦੇ ਵਿੱਚ ਜਿਨ੍ਹਾਂ ਦੇ ਵਿੱਚ ਸੀਡ ਆਰ ਕਵਰਡ ਇਨਸਾਈਡ ਦੀ ਫਰੂਟ, ਉਹਨਾਂ ਦੇ ਵਿੱਚ ਕੀ ਹੁੰਦੀ ਹੈ ਡਬਲ ਫਰਟੀਲਾਈਜੇਸ਼ਨ ਹੋਏਗੀ। ਦੈਨ ਅਗਲਾ ਦੀ ਸਟੱਡੀ ਬਾਈ ਦੀ ਮੈਂਡਲ ਡਿਡ ਨੋਟ ਕੰਸੀਡਰ। ਮੈਂਡਲ ਨੇ ਇਹਨਾਂ ਦੇ ਵਿੱਚੋਂ ਕਿਹੜਾ ਕਰੈਕਟਰਿਸਟਿਕਸ ਨਹੀਂ ਲਏ, ਸੀਡ ਦਾ ਕਲਰ, ਬਾਕੀ ਸ਼ੇਪ ਆਫ ਫਲਾਵਰ ਵਗੈਰਾ ਸਾਰੇ ਕਰੈਕਟਰ ਕੰਸੀਡਰ ਕੀਤੇ ਸੀ। ਬੀਜ ਦਾ ਰੰਗ ਜੋ ਹੈ ਇਹ ਵਾਲਾ ਕਰੈਕਟਰ ਉਹਨੇ ਨਹੀਂ ਲਿਆ ਸੀ। ਸਾਡੀ ਸਾਲਵੇਸ਼ਨ ਮੀਨਜ਼ ਥੁੱਕ ਦਾ ਲਾਰ ਦਾ ਆਉਣਾ ਅਤੇ ਬੀਪੀ ਬਲੱਡ ਖੂਨ ਦੇ ਦਬਾਅ ਨੂੰ ਕੌਣ ਕੰਟਰੋਲ ਕਰਦਾ ਹੈਗਾ, ਮੈਡੂਲਾ ਓਬਲੋਂਗੇਟਾ। ਇਹ ਸਾਡੀ ਸਟਿਮੂਲਸ ਮੀਨਜ਼ ਇਨਵਲੰਟਰੀ ਐਕਟੀਵਿਟੀਜ਼, ਮੀਨਜ਼ ਜਦੋਂ ਸਟਿਮੂਲਸ ਹੁੰਦਾ ਉਦੋਂ ਮੈਡੂਲਾ ਓਬਲੋਂਗੇਟਾ, ਸੈਲਵੇਸ਼ਨ ਲਾਰ ਦਾ ਆਉਣਾ, ਠੀਕ ਹੈ, ਔਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਵਿਚ ਕਾਈਂਡ ਆਫ ਪਲਾਸਟਿਡ ਆਰ ਮੋਸਟਲੀ ਪ੍ਰੈਜੈਂਟ ਇਨ ਫਲਾਵਰ ਐਂਡ ਫਰੂਟਸ 'ਚ ਕੀ ਹੋਣਗੇ, ਕ੍ਰੋਮੋਪਲਾਸਟ। ਕ੍ਰੋਮੋਪਲਾਸਟ ਦੇ ਕਰਕੇ ਹੀ ਫਰੂਟਸ ਅਤੇ ਵੈਜੀਟੇਬਲਸ ਦਾ ਅਲੱਗ ਅਲੱਗ ਕਲਰਸ ਹੁੰਦੇ ਆ, ਠੀਕ। ਦੈਨ ਐਕਸਕ੍ਰੀਟਰੀ ਔਰਗਨਸ ਪ੍ਰੈਜੈਂਟ ਇਨ ਐਨੀਲਿਡਸ ਆਰ ਦੀ ਨਫਰੀਡੀਆ। ਦੀਜ਼ ਆਰ ਦੀ ਸਮਾਲੈਸਟ ਜੋ ਹੈਗੇ ਆ ਔਰਗਨਸ, ਠੀਕ ਆ, ਐਨੀਲਿਡਾ ਦੇ ਵਿੱਚ। ਦੈਨ ਕਮਸ ਦੇ ਗਲੂਕੋਜ਼ ਇਜ਼ ਮੇਨਲੀ ਅਬਜ਼ੋਰਬਡ ਇਨ ਵਿਚ ਪਾਰਟ ਆਫ ਦੀ ਕਿਡਨੀ। ਕਿੱਥੇ ਅਬਜ਼ੋਰਬ ਕੀਤੀ ਜਾਂਦੀ ਹੈ ਗਲੂਕੋਜ਼, ਕਿਡਨੀ ਦੇ ਕਿਹੜੇ ਹਿੱਸੇ ਦੇ ਵਿੱਚ, ਪ੍ਰੋਕਸੀਮਲ ਕਨਵੋਲੇਟਡ ਟਿਊਬ। ਇੱਦਾਂ ਵੋਮਨ ਕੈਪਸੂਲ ਹੈ, ਸਮਾਲੈਸਟ ਯੂਨਿਟ ਨੈਫਰੋਨ ਹੁੰਦੀ ਹੈ, ਠੀਕ ਹੈ, ਉੱਥੋਂ ਕੀ ਹੈ ਯੂਰਿਨ, ਇਹਨੂੰ ਪ੍ਰੋਕਸੀਮਲ ਕਨਵੋਲੇਟਡ ਇਹਦੇ ਸਾਈਡ 'ਤੇ ਵੋਮਨ ਕੈਪਸੂਲ ਹੈ, ਠੀਕ ਆ। ਤੁਹਾਡੀ ਲੂਪ ਆਫ ਹੈਨਲੇ ਹੈ, ਫਿਰ ਪ੍ਰੋਕਸੀਮਲ ਕਨਵੋਲੇਟਡ ਟਿਬਿਊਲ ਹੈ, ਇਹਦੇ ਸਾਈਡਾਂ 'ਤੇ ਬਲੱਡ ਵੈਸਲਸ ਹੋਣਗੀਆਂ, ਉਹ ਕੀ ਕਰਨਗੀਆਂ ਗਲੂਕੋਜ਼ ਨੂੰ ਅਬਜ਼ੋਰਬ ਕਰ ਲੈਣਗੀਆਂ। ਜੀਨਸ ਕਾਹਦੇ ਬਣੇ ਹੁੰਦੇ ਹੈਗੇ ਆ, ਹਿਸਟੋਨ, ਪ੍ਰੋਟੀਨਸ ਹਿਸਟੋਨਸ ਦੇ ਬਣੇ ਹੁੰਦੇ ਆ, ਠੀਕ ਹੈ। ਦੈਨ ਦੀ ਐਨਾਲੋਗਸ ਔਰਗਨਸ ਕਿਆ ਹੁੰਦੇ ਆ, ਇਹਨਾਂ 'ਚੋਂ ਅਸੀਂ ਐਨਾਲੋਗਸ ਔਰਗਨਸ ਦੱਸਣੇ ਆ ਕਿਹੜੇ ਹੋਣਗੇ, ਵਿੰਗਸ, ਜਿਨ੍ਹਾਂ ਦਾ ਕੰਮ ਸੇਮ ਹੋਵੇ ਪਰ ਓਰੀਜਨ ਅਲੱਗ ਅਲੱਗ ਹੋਵੇ। ਜਿਵੇਂ ਬੈਟ ਹੈ, ਬੈਟ ਦੇ ਜਿਹੜੇ ਵਿੰਗਸ ਹੈ ਔਰ ਬਰਡ ਦੇ ਵਿੰਗ 'ਚ ਕਿਆ ਹੋਏਗੀ, ਹੱਡੀਆਂ, ਠੀਕ ਹੈ। ਓਰੀਜਨ ਕੀ ਹੈ ਇਹਨਾਂ ਦਾ ਡਿਫਰੈਂਟ ਹੈ। ਬੈਟ ਦੇ
ओरिजिन सेम है, ओरिजिन भी सेम है और काम भी इन्हां दा फंक्शन भी सेम है, फंक्शन भी सेम है, ਤਾਂ ਕਰਕੇ ਇਹਨਾਂ ਨੂੰ एनालॉगस ऑर्गन्स ਕਹਿੰਦੇ ਆ। दिस वाज ऑल अबाउट दी क्या ਸੀਗਾ ਸਾਡਾ। थैंक यू फॉर वॉचिंग दी वीडियो।